ਵਾਹਿਗੁਰੂ 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 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ। ਘਰ ਪਹਿਲਾ, ਪਹਿਲੇ ਘਰ ਦੇ ਅੰਦਰ ਬਾਣੀ ਲਿਖੀ ਗਈ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਪਰਮਾਤਮਾ ਅਕਾਲ ਪੁਰਖ ਦੀ ਸੱਤਾ ਹੈ, ਉਹਨਾਂ ਦੀ ਗੁਰ ਪ੍ਰਸਾਦ, ਉਹਨਾਂ ਦੀ ਕਿਰਪਾ ਨਾਲ ਇਹ ਸਭ ਕੁਝ ਹੁੰਦਾ। ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਸੇਵਕ ਸੇਵਾ ਕਰ ਰਹੇ ਹਨ। ਕੋਈ ਕਿਸ ਤਰ੍ਹਾਂ ਕਰ ਰਿਹਾ ਹੈ ਸੇਵਾ, ਕੋਈ ਕਿਸ ਤਰ੍ਹਾਂ ਕਰ ਰਿਹਾ ਹੈ, ਪਰ ਕੋਈ ਸੇਵਕ ਆਪਣਾ ਆਪਾ ਗਵਾ ਕੇ ਵੀ ਸੇਵਾ ਕਰਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਭ ਤੋਂ ਉੱਤਮ ਸੇਵਕ ਉਹੀ ਮੰਨਿਆ ਗਿਆ ਹੈ ਜਿਨ ਸ਼ਬਦੈ ਸਾਧ ਆਇਆ, ਜਿਨ੍ਹਾਂ ਨੂੰ ਸ਼ਬਦ ਦੇ ਵਿੱਚ ਰਸ ਆਉਣਾ ਸ਼ੁਰੂ ਹੋ ਗਿਆ। ਉਹ ਸੇਵਕ ਪ੍ਰਵਾਨ ਹਨ ਸੱਚਖੰਡ ਵਿੱਚ, ਜਿਨ੍ਹਾਂ ਨੂੰ ਬਾਣੀ ਨਾਲ ਪ੍ਰੇਮ ਹੈ, ਬਾਣੀ ਦੀ ਵਿਚਾਰ ਨਾਲ ਪ੍ਰੇਮ ਹੈ, ਗੁਰੂ ਸਿੱਖਾਂ ਦੀ ਸੇਵਾ ਨਾਲ ਪ੍ਰੇਮ ਹੈ, ਸੰਗਤ ਦੀ ਸੇਵਾ ਨਾਲ ਪ੍ਰੇਮ ਹੈ। ਉਹਨਾਂ ਨੂੰ ਜਿਹੜਾ ਸ਼ਬਦ ਦੇ ਅੰਦਰ ਸਾਧ ਆਂਦਾ ਹੈ। ਗੁਰ ਕਿਰਪਾ ਤੇ ਨਿਰਮਲ ਹੋਆ। ਗੁਰੂ ਕਿਰਪਾ ਨਾਲ ਉਹਨਾਂ ਦਾ ਮਨ ਨਿਰਮਲ ਹੋ ਗਿਆ ਹੈ। ਜਿਨ ਵਿੱਚੋਂ ਆਪ ਗਵਾਇਆ,
ਜਿਨ੍ਹਾਂ ਨੇ ਆਪਣਾ ਆਪ ਗਵਾਇਆ ਹੈ ਜੀ। ਜਿਸ ਤਰ੍ਹਾਂ ਭਾਈ ਮੰਝ ਜੀ ਨੇ ਗਵਾ ਲਿਆ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਆਪ ਗਵਾ ਕੇ ਸੇਵਾ ਕੀਤੀ। ਅਨ ਦਿਨ ਗੁਣ ਗਾਵੇ ਨਿਤ ਸਾਚੇ, ਗੁਰ ਕਾ ਸ਼ਬਦ ਸੁਹਾਇਆ। ਅਨ ਦਿਨ ਉਹ ਗੁਣ ਗਾਉਂਦੇ ਹਨ ਸਾਚੇ ਦੇ, ਪ੍ਰਭੂ ਦੇ ਗੁਣ ਗਾਉਂਦੇ ਹਨ। ਗੁਰ ਕਾ ਸ਼ਬਦ ਸੁਹਾਇਆ, ਉਹਨਾਂ ਨੂੰ ਗੁਰੂ ਦੀ ਬਾਣੀ ਦਾ ਸ਼ਬਦ ਚੰਗਾ ਲੱਗਣਾ ਸ਼ੁਰੂ ਹੋ ਗਿਆ ਹੈ। ਉਹਨਾਂ ਨੂੰ ਸ਼ਬਦ ਦਾ ਆਸਰਾ ਹੈ। ਬਾਣੀ ਦੇ ਸਦਕੇ ਉਹ ਅਮਲੀ ਜੀਵਨ ਵਿੱਚ ਬਾਣੀ ਦੀ ਹਰ ਤੁਕ ਕਮਾਉਂਦੇ ਹਨ, ਹਰ ਤੁਕ। ਮੇਰੇ ਠਾਕੁਰ ਹਮ ਬਾਰਕ ਸਰਨ ਤੁਮਾਰੀ। ਇਹ ਮੇਰੇ ਠਾਕੁਰ, ਅਸੀਂ ਬੱਚੇ ਹਾਂ। ਬਾਰਕ ਹੁੰਦਾ ਬੱਚੇ, ਤੇ ਸ਼ਰਨਾਈ, ਸ਼ਰਨ ਵਿੱਚ ਆਏ ਹਾਂ। ਸ਼ਰਨ ਤੁਮਾਰੀ, ਤੇਰੀ ਸ਼ਰਨ ਵਿੱਚ ਆਏ। ਏਕੋ ਸੱਚਾ ਸੱਚ ਤੂੰ, ਇੱਕੋ ਸੱਚਾ ਕੇਵਲ ਪਰਮਾਤਮਾ ਹੀ ਹੈ। ਕੋਈ ਉਸ ਤੋਂ ਇਲਾਵਾ ਕੋਈ ਸੱਚਾ ਹੋ ਨਹੀਂ ਸਕਦਾ। केवल आप मुरारी, केवल मुरारी है जो सच्चा है, जो सच ते खड़ा है। रहाओ जागत रहे तिनी प्रभ पाया। मन दे जागने की गल हो रही है, तो इशारा मन दे जागने का है। वो जागना नहीं जड़ा नींद का जागना नहीं, मन का जागना। जागत रहे तिनी प्रभ पाया, जड़े जागणगे ਉਹਨਾਂ ਨੂੰ ਪ੍ਰਭੂ ਮਿਲੇਗਾ। ਸ਼ਬਦੇ ਹੋ ਮੈਂ ਮਾਰੀ, ਸ਼ਬਦ ਉਹਨਾਂ ਦੀ ਮੈਂ ਮੇਰੀ ਹਉਮੈ ਦੀ ਜਿਹੜੀ ਬੁਰੀਆਈ ਹੈ ਉਹਨੂੰ ਖਤਮ ਕਰ ਦਿੰਦਾ ਹੈ। ਗਿਰਹੀ ਮੈਂ ਸਦਾ ਹਰ ਜਨ ਉਦਾਸੀ। ਗਿਰਹੀ ਕਿਆ ਹੋਇਆ? ਗ੍ਰਸਤੀ ਦੇ ਬਾਰੇ। ਜਿਹੜਾ ਆਪਣੇ ਘਰ ਵਿੱਚ ਰਹਿ ਕੇ ਵੀ, ਗ੍ਰਸਤੀ ਬਣ ਕੇ ਵੀ ਪਰ ਉਦਾਸ ਰਹਿੰਦਾ ਹੈ। ਭਾਵ ਉਹਦਾ ਚਿੱਤ ਜਿਹੜਾ ਹੈ ਉਹ ਪਰਮਾਤਮਾ ਨੂੰ ਮਿਲਣ ਦੀ ਤੜਫ ਹੈ। ਬੰਦਗੀ ਵੱਲ ਧਿਆਨ ਹੈ, ਕਾਰੋਬਾਰ ਵੀ ਕਰ ਰਿਹਾ ਹੈ, ਬੱਚੇ ਵੀ ਪਾਲ ਰਿਹਾ ਹੈ, ਘਰ ਵਿੱਚ ਹੱਸਦਾ ਖੇਡਦਾ ਸਭ ਕੁਝ ਕਰਦਾ ਹੈ, ਪਰ ਪ੍ਰਾਪਤੀ ਕਰਨ ਦੀ ਉਹਨੂੰ ਸ਼ੌਕ ਹੈ ਕਿ ਮੈਂ ਪ੍ਰਭੂ ਨਾਲ ਮਿਲਣਾ ਹੈ, ਇਕਮਿਕ ਹੋਣਾ ਹੈ। ਗਿਆਨ ਤਤ ਵਿਚਾਰੀ, ਇਹ ਗਿਆਨ ਦੀ ਜਿਹੜੀ ਗੱਲ ਹੈ ਜੀ, ਇਹ ਤਤ ਵਿਚਾਰਿਆ ਗਿਆ ਹੈ ਗੁਰਮੁਖਾਂ ਨਾਲੋਂ, ਸੰਤਾਂ ਦੇ ਦੁਆਰੋਂ। ਇਹ ਤਤ ਗੱਲ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ। ਸਤਿਗੁਰ ਦੀ ਸੇਵਾ ਕਰਨ ਨਾਲ ਸਦਾ ਹੀ ਸੁਖ ਪ੍ਰਾਪਤ ਹੁੰਦੇ। ਹਰ ਰਾਖਿਆ ਉਰ ਧਾਰੀ। ਹਰੀ ਪਰਮਾਤਮਾ ਆਪ ਭਗਤਾਂ ਦੀ ਰੱਖਿਆ ਕਰਦਾ ਨੇ। ਆਪ ਆ ਕੇ ਉਹਨਾਂ ਦੇ ਕਾਰਜ ਕਰਦਾ ਨੇ ਭਗਤਾਂ ਦੇ। ਭਗਤਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੰਦਾ, ਹਰ ਗੱਲ ਤੇ ਸਹਾਈ ਹੋ ਜਾਂਦਾ। ਇਹੋ ਮਨੁਆ ਦੇ ਦਿਸ ਧਾਵਦਾ। ਪਰ ਇਹ ਮਨੁਆ ਨਾ, ਸਾਡਾ ਮਨ 10 ਦਿਸ਼ਾ ਵਿੱਚ ਘੁੰਮ ਰਿਹਾ ਹੈ। ਇੱਧਰ ਬੈਠੇ ਵੀ ਹੁਣ ਵੀ ਧਿਆਨ ਬਾਣੀ ਦੇ ਵਿੱਚ ਨਹੀਂ ਹੈ, ਖਿਆਲਾਂ ਦੇ ਵਿੱਚ। ਉਹ ਜਿਹੜਾ ਕੰਮ ਹੈ ਉਹ ਮੈਂ ਕਰਨਾ ਹੈ, ਇਹ ਯਾਨੀ ਖਿਆਲ ਉਡਾ ਲੈਂਦਾ ਹੈ। ਦੇ ਦਿਸ ਧਾਵਦਾ। ਅਮਰੀਕਾ ਵੀ ਪਹੁੰਚ ਜਾਂਦਾ ਹੈ, ਵਿਦੇਸ਼ਾਂ ਵਿੱਚ ਵੀ ਚਲਾ ਜਾਂਦਾ ਹੈ ਮਿੰਟ। ਦੂਜੇ ਭਾਏ ਖੁਆਇਆ। ਇਹਨੇ ਆਪਣੇ ਆਪ ਨੂੰ ਖੁਆ ਲਿਆ ਹੈ ਮਨ, ਦੂਜੇ ਪਾਸੇ ਇਹਨੇ ਚਿੱਤ ਲਾ ਲਿਆ ਹੈ। ਮਨਮੁਖ ਮੁਗਧ ਹਰ ਨਾਮ ਨਾ ਚੇਤਾ। ਜਿਹੜੇ ਮਨਮੁਖ ਹੈ ਨਾ ਉਹ ਮੁਗਧ ਹੈ, ਉਹ ਮੂਰਖ ਹੈ। ਗੁਰਬਾਣੀ ਅਨੁਸਾਰ ਹਰ ਨਾਮ ਨਾ ਚੇਤਾ, ਉਹਨਾਂ ਨੂੰ ਹਰੀ ਨਾਮ ਦੀ ਕੋਈ ਹੋਸ਼ ਹੀ ਨਹੀਂ ਹੈ। ਉਹਨਾਂ ਨੂੰ ਦਿਲ ਹੀ ਨਹੀਂ ਕਰਦਾ ਕਿ ਨਾਮ ਵੀ ਇਕੱਠਾ ਕਰੀਏ, ਬਾਣੀ ਵੀ ਪੜ੍ਹੀਏ। ਉਹ ਤਾਂ ਬਸ ਮਾਇਆ ਦੇ ਪਦਾਰਥਾਂ ਵਿੱਚ ਹੀ ਵੜੇ ਪਏ। ਮਾਇਕ ਪਦਾਰਥ ਜਿਹਨੂੰ ਕਿਹਾ ਜਾਂਦਾ ਹੈ, ਸੁੱਖ ਦੇਣ ਵਾਲੇ ਪਦਾਰਥਾਂ ਨੂੰ ਮਾਇਕ ਪਦਾਰਥ, ਉਹਦੇ ਵਿੱਚ ਹੀ ਗਲਤਾਨ ਹੈ। ਬਿਰਥਾ ਜਨਮ ਗਵਾਇਆ। ਬਿਰਥਾ ਹੀ ਆਪਣੇ ਜਨਮ ਨੂੰ ਅਜਾਏ ਹੀ ਗਵਾ ਕੇ ਜਾਣਗੇ। ਸਤਿਗੁਰ ਭੇਟੇ ਤਾਂ ਨਾਉ ਪਾਏ। ਸਤਿਗੁਰ ਨੂੰ ਆਪਣਾ ਆਪਾ ਭੇਟਣਗੇ, ਤਨ ਮਨ ਧਨ ਦੇਣਗੇ ਤਾਂ ਨਾਉ ਪਾਏ, ਤਾਂ ਫਿਰ ਨਾਉ ਮਿਲੇਗਾ। ਨਾਮ ਐਵੇਂ ਮਿਲਦਾ ਹੀ ਨਹੀਂ, ਆਪਣੇ ਆਪ ਨੂੰ ਖਾਲੀ ਕਰਨਾ ਪੈਂਦਾ।
ਹੋਮੇ ਮੋਹ ਚੁਕਾਇਆ। ਹੋਮੇ ਔਰ ਮੋਹ ਦੀ ਜਿਹੜੀ ਚਿਮੜੀ ਪਈ ਹੈ ਸਾਨੂੰ, ਮੋਹ ਵੀ ਪੈੜਾ ਹੈ, ਕਿਸੇ ਦਾ ਜ਼ਿਆਦਾ ਮੋਹ ਆ ਜਾਣਾ ਇਹ ਵੀ ਗਲਤ ਹੈ। ਇਹ ਚੁਕਾਇਆ ਨਾਉ ਨਾਲ ਇਹ ਜਿਹੜਾ ਮੋਹ ਔਰ ਹਉਮੈ ਦਾ ਰੋਗ ਜਾ ਸਕਦਾ ਹੈ। ਹਰ ਜਨ ਸਾਚੇ ਸਾਚ ਕਮਾਵੇ, ਹਰੀ ਜਨ ਹਮੇਸ਼ਾ ਸੱਚ ਕਮਾਉਂਦੇ ਹਨ, ਸੱਚ ਤੇ ਚੱਲਦੇ ਹਨ, ਕਦੀ ਕੂੜ ਨਹੀਂ ਬੋਲਦੇ, ਕਿਸੇ ਦਾ ਹਿਰਦਾ ਨਹੀਂ ਦੁਖਾਉਂਦੇ, ਫਿੱਕਾ ਨਹੀਂ ਬੋਲਦੇ, ਹੰਕਾਰ ਨਹੀਂ ਕਰਦੇ, ਹਮੇਸ਼ਾ ਹੀ ਮਿੱਠੜੇ ਹਨ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਆਸਾ ਦੀ ਵਾਰ ਦੇ ਵਿੱਚ ਇਹ ਤੁਕਾਂ ਹਨ। ਗੁਰ ਕਾ ਸ਼ਬਦ ਵਿਚਾਰੀ, ਔਰ ਗੁਰੂ ਦੇ ਸ਼ਬਦ ਦੀ ਵਿਚਾਰ ਵੀ ਕਰਦੇ ਹਨ, ਖਾਲੀ ਬਾਣੀ ਨਹੀਂ ਪੜ੍ਹਦੇ ਰਹਿੰਦੇ ਸਾਰਾ ਦਿਨ। ਇਕਾਂਤ ਵਿੱਚ ਬੈਠ ਕੇ ਇੱਕ ਇੱਕ ਤੁਕ ਦਾ ਅਰਥ ਸਮਝਦੇ ਹਨ। ਜੇ ਸਮਝ ਨਹੀਂ ਆਉਂਦਾ ਤੇ ਆਪਣੇ ਆਪ ਕੋਸ਼ਿਸ਼ ਕਰਦੇ ਹਨ ਕਿ ਇਹਦਾ ਕੀ ਮਤਲਬ ਹੋ ਸਕਦਾ ਹੈ। ਉਹ ਸਭ ਤੋਂ ਵਧੀਆ ਗੱਲ ਹੈ। ਜੇ ਕੋਈ ਬਿਨਾਂ ਸਟੀਕ ਦੇ ਸਹਾਰੇ ਗੁਰਬਾਣੀ ਦੀ ਟਰਾਈ ਕਰਦਾ ਹੈ ਕਿ ਇਹ ਗੁਰਬਾਣੀ ਦਾ ਇਹ ਅਰਥ ਹੋ ਸਕਦਾ ਹੈ, ਉਹ ਸਭ ਤੋਂ ਵਧੀਆ ਨੇ। ਉਹ ਤੁਹਾਨੂੰ ਹੋਰ ਜ਼ਿਆਦਾ ਜਲਦੀ ਪਰਮਾਰਥ ਦੇ ਰਸਤੇ ਤੱਕ ਲੈ ਜਾਏਗਾ। ਆਪਣੇ ਹਿਸਾਬ ਨਾਲ ਅਰਥ ਕੱਢਣੇ। ਆਪੇ ਮੇਲ ਲੈ ਪ੍ਰਭ ਸਾਚਾ, ਆਪੇ ਹੀ ਪ੍ਰਭੂ ਮੇਲ ਲੈਂਦਾ ਹੈ। ਉਹ ਸੱਚਾ ਹੈ, ਉਹ ਤੁਹਾਨੂੰ ਮੇਲੇਗਾ। ਸਾਚ ਰੱਖਿਆ, ਸਾਚ ਰੱਖਿਆ ਉਰ ਧਾਰੀ, ਉਹ ਸੱਚੇ ਦੀ ਹਮੇਸ਼ਾ ਹੀ ਰਖਵਾਲੀ ਕਰਦਾ ਹੈ। ਨਾਨਕ ਨਾਵੋ ਗਤ ਮਤ ਪਾਈ, ਇਹ ਆਰਾਸ ਹਮਾਰੀ। ਨਾਨਕ ਸਾਹਿਬ ਜੀ ਨੇ ਨਾਮ ਦੇ ਨਾਲ ਹੀ ਇਹ ਗਤ ਮਤ ਪਾਈ ਹੈ। ਇਹੀ ਪੂੰਜੀ ਜਿਹੜੀ ਰਾਸ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਤੁਹਾਡੇ ਘਰ ਦੀ ਕੋਈ ਪੂੰਜੀ ਪਦਾਰਥ ਹੈ ਉਹਨੂੰ ਰਾਸ ਕਿਹਾ ਜਾਂਦਾ ਹੈ। ਪਰ ਨਾਨਕ ਸਾਹਿਬ ਕਹਿੰਦੇ ਹੈ ਨਾਮ ਤੋਂ ਵੱਡੀ ਕਿਹੜੀ ਪੂੰਜੀ ਹੋਏਗੀ, ਕਿਹੜੀ ਰਾਸ ਹੋਏਗੀ। ਭਗਤ ਕਬੀਰ ਜੀ ਨਾ ਬੜੇ ਹੀ ਨਾਮ ਜਪਦੇ ਸਨ। ਹਰ ਵਕਤ ਹੀ ਸਾਧੂ ਸੰਤਾਂ ਨੂੰ ਲੰਗਰ ਛਕਾਣੇ, ਘਰ ਦੇ ਅੰਦਰ ਪ੍ਰਸ਼ਾਦ ਕਰਾਣੇ ਤੇ ਕਥਾ ਕੀਰਤਨ ਕਰਨੇ, ਦੀਵਾਨ ਸਜਾਣੇ, ਨਾਲ ਕਿਰਤ ਵੀ ਕਰਦੇ ਸਨ ਕਬੀਰ ਜੀ। ਤੇ ਮਾਤਾ ਲੋਈ ਉਹਨਾਂ ਦੀ ਸੇਵਾ ਤੇ ਤਤਪਰ ਰਹਿੰਦੇ ਸੀ। ਮਾਤਾ ਜੀ ਹਰ ਵਕਤ ਸਮਾਂ ਗੁਜ਼ਰ ਰਿਹਾ ਸੀ ਭਗਤੀ ਵਿੱਚ ਕਬੀਰ ਜੀ ਦਾ। ਉਸ ਵੇਲੇ ਕੀ ਹੋਇਆ, ਹੁਣ ਕੱਪੜੇ ਦਾ ਇੱਕ ਥਾਨ ਮਾਤਾ ਲੋਈ ਜੀ ਨੇ ਰੱਖ ਲਿਆ। ਕਹਿੰਦੇ ਜਦੋਂ ਕੋਈ ਕਾਰਜ ਹੋਏਗਾ ਘਰ ਦਾ, ਬੇਟੀ ਦਾ ਵਿਆਹ ਕਰਨਾ ਸੀ, ਰਿਸ਼ਤਾ, ਉਹਦੇ 'ਚ ਖਰਚਾ ਬਹੁਤ ਹੁੰਦਾ ਹੈ, ਪੈਸਾ ਵੀ ਲੱਗਦਾ ਹੈ, ਪੁਰਾਣੇ ਜ਼ਮਾਨੇ 'ਚ ਹੁਣ ਵੀ ਲੱਗਦਾ। ਉਹ ਹੁਣ ਕਹਿੰਦੇ ਇਹ ਥਾਨ ਉਸ ਵੇਲੇ ਕੰਮ ਆ ਜਾਏਗਾ, ਇਹ ਸਾਡੀ ਰਾਸ ਹੋ ਗਈ। ਪਰ ਕਬੀਰ ਦਾਸ ਜੀ ਕੋਈ ਰਾਸ ਨਹੀਂ, ਕੋਈ ਦਾਜ ਦੇਜ ਨਹੀਂ ਜੋੜਿਆ ਬੇਟੀ ਵਾਸਤੇ, ਕੋਈ ਉਹਨਾਂ ਨੂੰ ਫਿਕਰ ਨਹੀਂ ਹੈ ਨਾ ਆਪਣੀ ਤੇ ਪਰਿਵਾਰ ਦੀ। ਸਿਰਫ ਧਿਆਨ ਹੈ ਗੁਰੂ ਚਰਨਾਂ 'ਚ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਗਤਾਂ ਦੀ ਸਦਾ ਤੂੰ ਰੱਖਦਾ ਜੀਓ, ਧੁਰ ਤੂੰ ਰੱਖਦਾ ਆਇਆ। ਇਹ ਤੁਕ ਸ਼ਾਮਿਲ ਹੋ ਜਾਏਗੀ। ਦੇਖਣਾ ਹੁਣ ਕਿਸ ਤਰ੍ਹਾਂ ਭਗਤ ਕਬੀਰ ਦੀ ਪੈਜ ਰੱਖਣਗੇ, ਦੇਖਣਾ ਪਰਮਾਤਮਾ ਇਸ ਸਾਖੀ ਤੋਂ ਸਪਸ਼ਟ ਹੋ ਜਾਏਗਾ। ਹੁਣ ਕਬੀਰ ਦਾਸ ਜੰਗਲ ਦੇ ਵਿੱਚ ਚਲੇ ਗਏ। ਮਾਤਾ ਲੋਈ ਨੇ ਕਿਹਾ ਕਬੀਰ ਜੀ ਬੇਟੀ ਦਾ ਵਿਆਹ ਦਾ ਕਾਰਜ ਹੈ, ਘਰ ਦੇ ਵਿੱਚ ਮਾਇਆ ਬਿਲਕੁਲ ਨਹੀਂ ਹੈ, ਕੋਈ ਐਸੀ ਰਾਸ ਵੀ ਨਹੀਂ ਹੈ ਜਿਹਦੇ ਕਰਕੇ ਅਸੀਂ ਕਰ ਸਕੀਏ। ਹੁਣ ਕੀ ਕਰੋਗੇ? ਤੁਸੀਂ ਤਾਂ ਕਹਿੰਦੇ ਸੀ ਪਰਮਾਤਮਾ ਸਾਰੇ ਕਾਰਜ ਵਿੱਚ ਸਹਾਈ ਹੁੰਦਾ ਹੈ। ਹੁਣ ਇਹ ਤਾਂ ਮਾਇਆ ਦਾ ਕੰਮ ਹੈ, ਤੇ ਹੁਣ ਮਾਇਆ ਬਿਨਾਂ ਕਿਸ ਤਰ੍ਹਾਂ ਗਤੀ ਨਹੀਂ ਸੰਸਾਰੀ, ਗ੍ਰਸਤੀ ਦੀ ਤੇ ਗਤੀ ਨਹੀਂ ਹੈ ਭਾਈ। ਕਬੀਰ ਦਾਸ ਜੀ ਮਾਤਾ ਲੋਈ ਨੂੰ ਕਹਿੰਦੇ ਸਬਰ ਕਰ, ਪਰਮਾਤਮਾ ਸਭ ਕੁਝ ਕਰੇਗਾ, ਸਬਰ ਰੱਖ। ਪਰ ਮਾਤਾ ਲੋਈ ਕੋਲ ਸਬਰ ਕਿੱਥੇ, ਉਹਨੂੰ ਤਾਂ ਜਲਦੀ ਪੈ ਗਈ, ਵਿਆਹ ਦਾ ਕਾਰਜ ਸਿਰ ਤੇ ਹੈ। ਮਾਤਾ ਲੋਈ ਨੇ ਜਾਂਦੇ ਜਾਂਦੇ ਥਾਨ ਫੜਾਤਾ, ਇਹ ਮੈਂ ਲੁਕੋ ਕੇ ਰੱਖਿਆ ਸੀ, ਤੁਸੀਂ ਸਾਰਾ ਕੁਝ ਤੇ ਸਾਧੂਆਂ ਨੂੰ ਵੰਡ ਦਿੰਦੇ, ਇਹ ਲਓ, ਇਹ ਬਾਜ਼ਾਰ ਜਾ ਕੇ ਵੇਚ ਦਿਓ। ਹੁਣ ਬਾਹਰ ਨਿਕਲੇ ਹਨ, ਨੇਤ ਦੀ ਗੱਲ ਹੋਈ, ਇੱਕ ਸਾਧੂ ਆ ਗਿਆ ਉੱਪਰੋਂ। ਉਹ ਸਾਧੂ ਦੀ ਮੰਡਲੀ ਸੀ, ਉਹਨਾਂ ਕੋਲ ਵਸਤਰ ਵੀ ਠੀਕ ਨਹੀਂ ਸੀ। ਕਬੀਰ ਦਾਸ ਜੀ ਦੇ ਹੱਥ ਜਦੋਂ ਥਾਨ ਦੇਖਿਆ ਨਾ ਸਾਧੂ ਮੰਡਲੀ ਨੇ, ਤੇ ਸਾਧੂ ਨੂੰ ਪਤਾ ਸੀ ਇਹ ਕਬੀਰ ਜੀ ਹਨ, ਬੜੇ
बड़े दानी पुन हैं, बड़े दयावान हैं। उन्होंने ना वो जो थान जोड़िया सी माता लोई ने वो भी दान करता। को सतनाम श्री वाह, खाली हो गए, खाली। कबीर जी हुण जंगल विच एक पेड़ थले समार लगा ली है, अरदास करते परमात्मा नूं, परमात्मा घर विच बेटी दे विआह दा कारज है, और जे ये कारज ना निबड़िया ना ते सारी दुनिया ने मनु ताने नोरे मारने शुरू कर देने हैं। आखो सतनाम श्री वाह, कहने तू तो रब का नाम लैंदा सी, हर गल ते रब रब करता सी, अज की हो गया, अज कित्थे है तेरी रब वाली गल्लां। कबीर जी कहते हैं मैनू पूरा भरोसा है प्रभु, मैं तुहाडे उपर शंका नहीं करता, पर हुण दुनियावी जिहड़ी किरत है वो भी अड़ गई है। हुण कबीर जी ते अपना सेवा ते लग गए, सिमरन ते गंगा किनारे बैठ के चौकड़ा मार के, गंगा जी के किनारे बैठे हैं, भगती कर रहे हैं। घर माता लोई इंतजार करती है कबीर का, उत्थों परमात्मा नूं फिकर लग गई इत्थे घर भी नहीं जाण वाला अज, क्योंकि विआह सी अगले दिन। हुण की होया, रूप धारिया, रब ने रूप धारिया साधुआं वाला। कबीर दास जी का शक्ल धार के परमात्मा आप धरती ते उतर आया। को सतनाम श्री वाह, रूप वटा रूप धारिया है। कबीर जी के घर वल जांदे है परमात्मा, ते बड़े ही सुंदर वस्त्र, रेशमी कपड़े, जिस तरह कोई विआह ते पाउंदा है, वधिया कपड़े पाए है परमात्मा ने। कबीर का रूप है पर शक्ल कबीर की। जाके माते लोई नूं पहुंची हन, गड्ढा भरिया नाल दान देगा ना, कपड़े, सोना, गहने ते और खान पीन की पदार्थ। हुण विआह का कारज आरंभ शुरू हो गया है। माता लोई नूं भुलेखा पाता है रब ने, कबीर का रूप धार के सारा कारज निपड़ाता जी, सारे कारज विआह हो गए। ईवन लंगर जो चलिया तो पत्तल का फैशन से, पहले पत्तल च लंगर छकाते थे, पंगतां लग गई, पूरा शहर ही बुला लिया। जिन्हों पता लग्या कबीर के घर बेटी का विआह है, चलो 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 चलो। कबीर जी बड़े दयालु हैं, सब नूं लंगर छकाणगे, बड़ा कुछ उधर वरत रहा सी। उस वेले हुण परमात्मा ने सेवा दे विच हाथ पाया। देखो सेवा परमात्मा नूं भी करनी इत्थे जरूरी समझी। देखो भगतां दी सेवा किस तरह, कार्य ते किता ही किता। जिहड़े झूठे पत्तल सी ना, पत्तल जिहदी संगत लंगर छक रही सी, वो परमात्मा ने आप बोरियां अंदर भर भर के ठूस ठूस के जूठन संभाली। आखो सतनाम श्री वाह। देखो इन्ना भी करता रब परमात्मा भगतां दे कार्य, इन्ने निकट हैं। कबीर का रूप धारिया, माता लोई भी दूरों देख रही है कबीर नूं की हो गया है। कबीर मेहमानां दे, अतिथियां दे झूठे पत्तल चक चक के संभाल करता पिया, कूड़े घर तक पहुँचा रहा है, सारी सफाई कर रहे हैं, पूरा घर चमकाता। परमात्मा ने सेवा छड़ दी। हुण परमात्मा ना एक कमरे अंदर जा रहे हैं, तो कबीर दी जड़ी माता सी ना, माता लोई नहीं, वो तो धर्म पत्नी हुई, एक माता जी सन। माता जी कहते कबीर जी नूं, कबीर जी मेरी गल सुनो, इन्ना वधिया कारज होया है बेटी का, तो किते तुसी कोई कर्जा तो नहीं चक लिया, पैसा तो तुहाडे कोल है नहीं सी, एकदम किद्दां होया, कौतुक होया। कबीर जी ने कोई जवाब नहीं दिता। कबीर जी ने कुंडी लाई तो कमरे के विच बह गए और अलोप हो गई, क्योंकि वो परमात्मा सन, जवाब देना चंगा नहीं समझा। माता जी सोचती है कि शायद कबीर नूं ना गल बहुत बुरी लग गई, मैं ऐसा प्रश्न पाता कबीर नूं ना बुरी लग गई होनी, ताई कुंडी ला के बह गया। उधरों परमात्मा अलोप होके ना सीधा कबीर जी के गंगा किनारे, गंगा के किनारे कबीर समाधि लगा के बैठा है। कहते ईवन गोडे के अंदर सिर सी उस वक्त कबीर जी का, गोडियां दे विच, क्योंकि पता सी कारज है, घर किस तरह होएगा। हुण परमात्मा कहता कबीर जी तुसी घर जाओ, तुहानू घर वाले याद करते हैं। कबीर जी कहते
ये आकाशवाणी कादी हुई है। परमात्मा जी ने दर्शन दिते कबीर साहब तुसी घर तां जाओ, तुहाडी फिक्र चिंता सारी दूर हो गई। आखो सतनाम श्री वाहिगुरू। कबीर जी कहते अज जरूर कुछ होया। कबीर भसदा भसदा घर वल गए हैं। घर गए हैं ते की देखते हैं, घर का नक्शा पलटिया है, पत्तल ही पत्तल ਜਿਹੜੇ लंगर छके है वो संभाले पे हैं, सब कुछ कारज सारे वधाइयां दे रहे हैं। कबीर धन है तू, धन है। अंदरों मेहमान बाहर आ रहे, कबीर तू तो वाह वाह खट ली, तू तो बड़ा सुंदर विआह किया है अपनी बेटी का। कबीर जो अंदर गए हैं तो माता लोई भी वधाइयां देती हैं, कबीर जी तुसी सब कुछ परमात्मा ने साड़ी लाज रखी है, तुसी सच कहते सन। कबीर जी कहते हैं माता लोई मैं तो 3 दिन तो गंगा के किनारे से, मैं तो घर आया ही नहीं। आखो सतनाम श्री वाहिगुरू। मैं तो गंगा किनारे बैठा सी ते कारज कौन सवार गया सारे, ये बेटी कौन विआह गया। वो कहते तुसी तो सी, और कौन सी, तुहाडी शक्ल सी, कपड़े बड़े सोहने पाए सी तुसी, एक एक पत्तल तुसी देखो अपने हत्थां नाल संभाल किता, एक एक सफाई, एक एक मेहमान नूं तोरिया तुसी खिला खिला के, वस्त्र वंडे तुसी, बड़ा तुसी सत्कार किता है मेहमानां दा। कबीर जी समझ गए, समझनी देर नहीं लगी। जड़ी आकाशवाणी मैनू उत्थे हुई सी गंगा किनारे, वो होर कोई नहीं सी, वो तो प्रभु परमेश्वर आप ही सी। आखो सतनाम श्री वाह। हुण कबीर नू बहुत भरोसा वध गया। कहंदे दुनियावी कम्मां विच भी परमात्मा खड़ जाता है, अज भी खड़दा है। अज भी तुसी अरदास करो पर भगती नाल करते रहो, तुहाडे बच्चियां दे कारज आप सवारेगा बाबा। तुहाडे घर दी बेटी विआहण वाली हो जाएगी, उहदे कारजां विच भी आप ही सहाई होके परमेश्वर वरतणगे। भरोसे दी दात ना छड्डना जी, सारिਆਂ ਨੂੰ बेनती है। बाणी बाणी दा साथ ना छड्डना, अखीले वक्त तक नाम ना छड्डना। तुहाडी नाम ने पैज रख लेनी है, जिस तरह कबीर जी दी, धन्ना भगत जी दी, फरीद जी दी, सैन नाई दी, सदना कसाई दी, अनेका ही भगत पीपा रामानंद, ते जिन्ने भी भगत 15 भगत होए हैं, इन्हां दी जिन्नी भी कथा तुसी पढ़ के देख लो, परमात्मा इन्हां दे अंग संग सहाई होके वरत्या है, नाम दी पैज रखन आया है। ते साडे कोल तां बाणी गुरु गुरु है, बाणी विच बाणी अमृत सारे, सचमुच जागदी जोत, 10 गुरुआं दी जोत हाजर नाजर साडे सामने प्रतख रूप में बैठी है। भावना बना के सेवा करो, प्रेमा भगती लियाओ। ये ओही गुरु नानक हन, इहदे विच कोई भी ढिल ना करना भाई, मन ढिला है साडा, समझ लो सामने बैठे हैं। अज भी श्री गुरु नानक देव जी सानू दर्शन दे रहे हैं। आखो सतनाम श्री वाह। ये भावना बना के मत्था टेकना है, ये भावना बना के डर रखना है, मन प्रेम रखना है, भाव रखना है। भाव वाले नू, प्रेम वाले नू छेती रस्ता मिलता है। सब तो वड्डा शॉर्टकट ही प्रेम है। प्रेम दी राही सारे भगतां ने परमात्मा नू पाया है। आओ अज दी इस प्यारी कथा दी समाप्ति है। सारे सिमरन करके सारे रसना पवित्र करो जी। वाहेगुरु 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 वाहेगुरु। धन श्री गुरु ग्रंथ साहिब।